ਮੰਟੋ ਇੱਕ ਮੌਜੀ ਲੇਖਕ। ਮੰਟੋ ਜੋ ਲਿਖਦਾ ਉਹਦੇ ਅਨੁਸਾਰ ਵਾਰਤਾ ਚੰਗੀ ਹੈ ਜਾਂ ਬੁਰੀ, ਸ਼ਲੀਲ ਹੈ ਜਾਂ ਅਸ਼ਲੀਲ, ਅਜਿਹਾ ਉਹ ਕਦੀ ਨਹੀਂ ਸੋਚਦਾ ਸੀ। ਉਹਦੀ ਕਹਾਣੀ ਠੰਡਾ ਗੋਸ਼ਤ ਉਹਨੇ ਆਪਣੇ ਮਿੱਤਰ ਅਹਿਮਦ ਨਦੀਮ ਕਾਸਮੀ, ਸੰਪਾਦਕ ਨਕਸ਼ ਨੂੰ ਦਿੱਤੀ। ਕਾਸਮੀ ਨੇ ਮੰਟੋ ਦੇ ਸਾਹਮਣੇ ਹੌਲੀ ਜਿਹੀ ਪੜ੍ਹਨਾ ਸ਼ੁਰੂ ਕੀਤਾ। ਉਹ ਕੀ ਫੈਸਲਾ ਲਏਗਾ ਇਹਦਾ ਮੰਟੋ ਨੂੰ ਅੰਦਾਜ਼ਾ ਨਹੀਂ ਸੀ। ਕਹਾਣੀ ਪੜ੍ਹਨ ਤੋਂ ਬਾਅਦ ਜਿਵੇਂ ਮਾਫ਼ੀ ਮੰਗ ਰਿਹਾ ਹੋਵੇ ਅਜਿਹੇ ਭਾਵ ਚਿਹਰੇ 'ਤੇ ਲਿਆ ਕੇ ਉਹ ਬੋਲਿਆ, ਮੰਟੋ ਸਾਹਿਬ, ਕਹਾਣੀ ਤਾਂ ਬਹੁਤ ਚੰਗੀ ਹੈ ਪਰ ਨਕਸ਼ ਲਈ ਹੌਟ ਹੈ। ਇਸ ਲਈ ਚਰਚਾ ਕੀਤੇ ਬਗੈਰ ਤੇ ਕਾਸਮੀ ਤੋਂ ਕਹਾਣੀ ਵਾਪਸ ਲੈ ਕੇ ਮੰਟੋ ਬੋਲਿਆ, ਠੀਕ ਹੈ, ਮੈਂ ਦੂਜੀ ਕਹਾਣੀ ਲਿਖ ਦਿਆਂਗਾ, ਤੁਸੀਂ ਕੱਲ੍ਹ ਆਉਣਾ ਹੀ ਹੈ, ਉਸ ਸਮੇਂ ਦੇ ਦੇਵਾਂਗਾ। ਦੂਸਰੇ ਦਿਨ ਕਾਸਮੀ ਮੰਟੋ ਦੇ ਘਰ ਪਹੁੰਚੇ। ਉਸ ਸਮੇਂ ਮੰਟੋ ਆਪਣੀ ਦੂਜੀ ਕਹਾਣੀ ਖੋਲ ਦੋ ਦੇ ਅੰਤ ਤੱਕ ਆ ਚੁੱਕਾ ਸੀ। ਥੋੜ੍ਹੀ ਦੇਰ ਬੈਠੀਏ, ਕਹਾਣੀ ਪੂਰੀ ਕਰ ਦਿੰਦਾ। ਕਹਾਣੀ ਪੂਰੀ ਹੋ ਗਈ। ਕਾਸਮੀ ਦੇ ਹੱਥ 'ਚ ਰੱਖਦੇ ਮੰਟੋ ਨੇ ਕਿਹਾ, ਪੜ੍ਹ ਲਓ, ਖੁਦਾ ਕਰੇ ਤੁਹਾਨੂੰ ਇਹ ਕਹਾਣੀ ਪਸੰਦ ਆਵੇ। ਕਾਸਮੀ ਨੇ ਕਹਾਣੀ ਪੜ੍ਹਨੀ ਸ਼ੁਰੂ ਕੀਤੀ। ਕਹਾਣੀ ਦੇ ਅੰਤ ਤੱਕ ਪਹੁੰਚੇ ਤਦ ਉਹਨਾਂ ਨੂੰ ਲੱਗਾ ਜਿਵੇਂ ਉਹਨਾਂ ਨੂੰ ਕਿਸੇ ਨੇ ਅੰਦਰੋਂ ਹਲੂਣ ਦਿੱਤਾ। ਕਹਾਣੀ ਪੜ੍ਹਨ ਤੋਂ ਬਾਅਦ ਉਹ ਚੁੱਪ ਹੋ ਗਏ। ਮੰਟੋ ਨੇ ਪੁੱਛਿਆ, ਕਿਵੇਂ ਲੱਗੀ? ਕਹਾਣੀ ਨੇ ਕਾਸਮੀ ਉੱਤੇ ਗਹਿਰਾ ਅਸਰ ਕੀਤਾ ਸੀ। ਚੰਗੀ ਹੈ, ਰੱਖ ਲੈਣਾ, ਬੋਲ ਕੇ ਉਹ ਚਲੇ ਗਏ। ਖੋਲ ਦੋ ਨਕਸ਼ ਵਿੱਚ ਛਪੀ ਸਭ ਨੂੰ ਬਹੁਤ ਚੰਗੀ ਲੱਗੀ, ਪਰ ਪਸੰਦ ਨਾਪਸੰਦ ਦੇ ਸਰਕਾਰ ਦੇ ਮਾਪਦੰਡ ਜਨਤਾ ਤੋਂ ਅਲੱਗ ਹੁੰਦੇ ਹੈ। ਸਰਕਾਰ ਨੂੰ ਲੱਗਾ ਕਿ ਇਸ ਕਹਾਣੀ ਦੀ ਵਜ੍ਹਾ ਕਰਕੇ ਜਨਤਾ 'ਚ ਅਸ਼ਾਂਤੀ ਫੈਲੇਗੀ। ਇਸ ਕਹਾਣੀ ਨੂੰ ਸਰਕਾਰ ਨੇ ਬੈਨ ਕਰ ਦਿੱਤਾ। ਸਰਕਾਰ ਦੇ ਇਸ ਫੈਸਲੇ ਉੱਤੇ ਅਖਬਾਰਾਂ 'ਚ ਬਹੁਤ ਕੁਝ ਛਪਿਆ, ਪਰ ਸਰਕਾਰ ਨੇ ਬੈਨ ਨਾ ਹਟਾਉਣ ਦਾ ਫੈਸਲਾ ਕਾਇਮ ਰੱਖਿਆ। ਮੰਟੋ ਨੇ ਕਾਸਮੀ ਨੂੰ ਮਜ਼ਾਕ ਕਰਦੇ ਹੋਏ ਕਿਹਾ, ਜੇਕਰ ਤੁਸੀਂ ਠੰਡਾ ਗੋਸ਼ਤ ਛਾਪੀ ਹੁੰਦੀ ਤਾਂ ਇਹ ਬਿਜਲੀ ਤੁਹਾਡੇ ਉੱਤੇ ਹੀ ਡਿੱਗਦੀ। ਅਦਬੇ ਲਤੀਫ 'ਚ ਠੰਡਾ ਗੋਸ਼ਤ ਕਹਾਣੀ ਕੰਪੋਜ਼ ਹੋ ਚੁੱਕੀ ਸੀ। ਪ੍ਰੂਫ ਵੀ ਨਿਕਲ ਚੁੱਕਾ ਸੀ। ਪ੍ਰੂਫ 'ਚ ਕਾਂਟ ਛਾਂਟ ਪਿੱਛੋਂ ਜਦੋਂ ਕਹਾਣੀ ਛਪਾਈ ਲਈ ਮਸ਼ੀਨ 'ਤੇ ਆਈ ਤਦ ਕਿਸੇ ਦੀ ਨਜ਼ਰ ਕਹਾਣੀ 'ਤੇ ਪਈ। ਦਿਲਚਸਪੀ ਵਧਣ ਕਰਕੇ ਪੂਰੀ ਕਹਾਣੀ ਪੜ੍ਹ ਲਈ। ਇਹ ਕੰਮ ਤਾਂ ਸੰਪਾਦਕ ਦਾ ਹੁੰਦਾ ਹੈ। ਮਸ਼ੀਨ 'ਤੇ ਬੈਠੇ ਹੋਏ ਇੱਕ ਆਦਮੀ ਨੇ ਸੰਪਾਦਕ ਦਾ ਧਿਆਨ ਇਸ ਵੱਲ ਖਿੱਚਿਆ। ਸੰਪਾਦਕ ਨੇ ਮੰਟੋ ਨੂੰ ਇਹ ਕਹਾਣੀ ਨਾ ਛਾਪਣ ਲਈ ਸਾਫ਼-ਸਾਫ਼ ਕਹਿ ਦਿੱਤਾ। ਇਸ ਤੋਂ ਬਾਅਦ ਨਵਾਂ ਦੌਰ 'ਚ ਇਹ ਕਹਾਣੀ ਛਪਣ ਲਈ ਭੇਜੀ ਗਈ। ਸੰਪਾਦਕ ਨੂੰ ਕਹਾਣੀ ਪਸੰਦ ਆਈ, ਪਰ ਆਪਣੀ ਮੈਗਜ਼ੀਨ 'ਚ ਉਹਦੇ ਲਈ ਜਗ੍ਹਾ ਨਹੀਂ ਹੈ, ਬੋਲ ਕੇ ਵਾਪਸ ਕਰ ਦਿੱਤੀ। ਕਹਾਣੀ ਸੰਪਾਦਕ ਨੂੰ ਪਸੰਦ ਹੋਵੇ ਤੇ ਛਾਪ ਨਾ ਸਕੇ, ਅਜਿਹਾ ਘੱਟ ਹੀ ਹੁੰਦਾ ਹੈ। ਮੰਟੋ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ 2 ਥਾਵਾਂ ਤੋਂ ਘਰ ਵਾਪਸ ਮੁੜੀ ਇਸ ਬੇਟੀ ਨੂੰ ਹੁਣ ਹੋਰ ਕਿਤੇ ਵਿਦਾ ਨਹੀਂ ਕਰਨਗੇ। 6 ਮਹੀਨੇ ਗੁਜ਼ਰ ਗਏ। ਜਾਵੇਦ ਮੈਗਜ਼ੀਨ ਨੇ ਇਸ ਕਹਾਣੀ ਨੂੰ ਛਾਪਣ ਲਈ ਬਹੁਤ ਕੋਸ਼ਿਸ਼ ਕੀਤੀ। ਇਸ ਲਈ ਨਵਾਂ ਦੌਰ ਦੇ ਸੰਪਾਦਕ ਨੇ ਮੰਟੋ ਨੂੰ ਹੌਲੀ ਜਿਹੀ ਕਿਹਾ ਕਿ ਜਾਵੇਦ ਵਾਲੇ ਆਪਣਾ ਮੈਗਜ਼ੀਨ ਜ਼ਬਤ ਕਰਾਉਣਾ ਚਾਹੁੰਦੇ ਹੈ। ਤੁਹਾਡੇ ਕੋਲ ਜੋ ਕਹਾਣੀਆਂ ਉਹਨਾਂ ਨੂੰ ਭੇਜ ਦਿਓ, ਉਹ ਜਾਣਨ, ਉਹਨਾਂ ਦਾ ਕੰਮ ਜਾਣੇ। ਜਾਵੇਦ ਨੇ 1949 ਦੇ ਅੰਕ 'ਚ ਇਹ ਕਹਾਣੀ ਛਾਪ ਦਿੱਤੀ। ਸਰਕਾਰ ਨੇ ਉਹਨੂੰ ਜ਼ਬਤ ਕਰਨ ਲਈ 1 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲਗਾ ਦਿੱਤਾ। ਅੰਕ ਜ਼ਬਤ ਹੋ ਗਿਆ। ਸੰਪਾਦਕ ਨੇ ਮੰਟੋ ਨੂੰ ਖੱਤ ਲਿਖਿਆ ਕਿ ਪਹਿਲੀਆਂ 3 ਕਹਾਣੀਆਂ ਦੇ ਲਈ ਸਜ਼ਾ ਪਾਉਣ ਤੋਂ ਤੁਸੀਂ ਬਚ ਗਏ ਸੀ, ਪਰ ਇਸ ਵਾਰ ਨਹੀਂ ਬਚੋਗੇ। ਅਜਿਹਾ ਲੱਗਦਾ ਹੈ ਇਹ ਕਹਾਣੀ ਤੁਹਾਨੂੰ ਬਹੁਤ ਮਹਿੰਗੀ ਪਏਗੀ। ਇਹ ਕਹਾਣੀ ਕੋਰਟ ਦੁਆਰਾ ਨਿਰਦੋਸ਼ ਸਾਬਤ ਹੋਵੇ, ਇਹਦੇ ਲਈ ਉਹਨੇ ਕਈ ਮੰਨਤਾਂ ਮੰਗੀਆਂ। 1 ਸਾਲ ਤੱਕ ਕੇਸ ਚੱਲਿਆ ਸੀ। ਉਹਨੂੰ ਇੰਨੇ ਧੱਕੇ ਖਾਣੇ ਪਏ ਕਿ ਉਹਦੀ 5ਵੀਂ ਕਹਾਣੀ ਉੱਪਰ ਨੀਚੇ ਤੇ ਦਰਮਿਆਨ ਤੇ ਅਸ਼ਲੀਲਤਾ ਦਾ ਕੇਸ ਹੋਇਆ ਤਾਂ ਉਹਨੂੰ ਚੁੱਪਚਾਪ ਬਿਨਾਂ ਅਪੀਲ ਕੀਤੇ ਕੋਰਟ ਨੂੰ ਇਹਦਾ ਜੁਰਮਾਨਾ ਭਰ ਦਿੱਤਾ। ਇਸ ਕੇਸ ਦੇ ਸਿਲਸਿਲੇ 'ਚ ਨਿਆਂਪਾਲਿਕਾ ਦੇ ਸਾਹਮਣੇ ਖੜਾ ਸੀ। ਨਿਆਂਪਾਲਿਕਾ ਨੇ ਮੰਟੋ ਨੂੰ ਪੁੱਛਿਆ, ਕਿਉਂ ਆਏ ਹੋ? ਜਵਾਬ 'ਚ ਮੰਟੋ ਨੇ ਕਿਹਾ, ਮੇਰਾ ਨਾਮ ਸਾਦਤ ਹਸਨ ਮੰਟੋ ਹੈ। ਮੇਰੀ ਕਹਾਣੀ ਉੱਪਰ ਨੀਚੇ ਤੇ ਦਰਮਿਆਨ ਦੇ ਉੱਪਰ ਅਸ਼ਲੀਲਤਾ ਦੀ ਧਾਰਾ 292 ਲਾ ਕੇ ਮੈਨੂੰ ਇੱਥੇ ਬੁਲਾਇਆ ਗਿਆ ਹੈ। ਜੱਜ ਨੇ ਉਸ ਵੱਲ ਵੇਖਦਿਆਂ ਕਿਹਾ, ਤਸ਼ਰੀਫ ਰੱਖੀਏ। ਮੰਟੋ ਨੂੰ ਲੱਗਾ ਕਿ ਉਹ ਕਿਸੇ ਹੋਰ ਨੂੰ ਕਹਿ ਰਹੇ ਹੈ। ਉਹਨੂੰ ਤਾਂ ਤਸ਼ਰੀਫ ਰੱਖਣ ਲਈ ਕਹਿ ਹੀ ਨਹੀਂ ਸਕਦੇ, ਕਿਉਂਕਿ ਲਾਹੌਰ ਦੀ ਕੋਰਟ ਵਿੱਚ ਅਜਿਹਾ ਰਿਵਾਜ ਨਹੀਂ ਹੈ। ਇਸ ਲਈ ਉਹ ਖੜ੍ਹਾ ਹੀ ਰਿਹਾ। ਜੱਜ ਨੇ ਦੇਖਿਆ ਮੰਟੋ ਅਜੇ ਵੀ ਖੜ੍ਹਾ ਹੈ, ਇਸ ਲਈ ਉਹਨਾਂ ਦੂਜੀ ਵਾਰ ਕਿਹਾ, ਮੰਟੋ ਸਾਹਿਬ, ਤੁਸੀਂ ਬੈਠੋ। ਜੱਜ ਦੇ ਕੋਲ ਹੀ ਉਹ ਕੁਰਸੀ ਉੱਤੇ ਬੈਠ ਗਿਆ। ਉਹਨੂੰ ਸਵਾਲ ਕੀਤਾ, ਇੰਨੀ ਦੇਰ ਨਾਲ ਕਿਉਂ ਆਏ ਹੋ? ਮੰਟੋ ਨੇ ਜਵਾਬ ਦਿੱਤਾ, ਯੋਰ ਆਨਰ, ਮੈਂ ਬਿਮਾਰ ਹਾਂ। ਤਾਂ ਡਾਕਟਰ ਦੀ ਰਿਪੋਰਟ ਭੇਜ ਦੇਣੀ ਸੀ ਨਾ। ਮੈਂ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਸੀ ਕਿ ਮੈਡੀਕਲ ਰਿਪੋਰਟ ਭੇਜਣ ਬਾਰੇ ਸੋਚ ਹੀ ਨਹੀਂ ਸਕਿਆ। ਉਹਨੇ ਆਪਣੇ ਬਚਾਅ ਲਈ ਕਿਹਾ, ਤੁਸੀਂ ਕੀ ਚਾਹੁੰਦੇ ਹੋ? ਜੱਜ ਨੇ ਪੁੱਛਿਆ। ਮੈਂ ਛੁਟਕਾਰਾ ਚਾਹੁੰਦਾ। ਇਹ ਤੋਂ ਇਲਾਵਾ ਮੈਨੂੰ ਛੇਤੀ ਮੁਕਤ ਕਰ ਦਿਓ ਤਾਂ ਜੋ ਜਲਦੀ ਘਰ ਜਾ ਸਕਾਂ, ਮੰਟੋ ਨੇ ਕਿਹਾ। ਇੰਨਾ ਜਲਦੀ ਤਾਂ ਨਹੀਂ ਹੋ ਸਕਦਾ, ਕਿਉਂਕਿ ਮੈਂ ਤੁਹਾਡੀ ਕਹਾਣੀ ਪੜ੍ਹੀ ਨਹੀਂ ਹੈ।
ਅੱਜ ਪੜਾਂਗਾ, ਕੱਲ ਫੈਸਲਾ ਸੁਣਾ ਦਿਆਂਗਾ। ਦੂਜੇ ਦਿਨ ਜਦੋਂ ਕੋਰਟ 'ਚ ਹਾਜ਼ਰ ਹੋਇਆ ਤਾਂ ਜੱਜ ਨੇ ਉਹਨੂੰ ਕਿਹਾ, ਆਓ। ਉਹ ਕੁਰਸੀ 'ਤੇ ਬੈਠ ਗਿਆ। ਕਾਗਜ਼ ਦੀ ਪਰਚੀ ਕੱਢ ਕੇ ਜੱਜ ਨੇ ਕਿਹਾ, ਮੈਂ ਲਿਖ ਦਿੱਤਾ ਹੈ। ਫਿਰ ਸਾਹਮਣੇ ਬੈਠੇ ਬਾਬੂ ਨੂੰ ਪੁੱਛਿਆ, ਅੱਜ ਕਿੰਨੀ ਤਾਰੀਖ ਹੈ? 25। ਮੰਟੋ ਨੂੰ ਥੋੜ੍ਹਾ ਘੱਟ ਸੁਣਾਈ ਦਿੱਤਾ ਸੀ। ਉਹਦੇ ਕੰਨ ਗੋ ਸਲੋ 'ਤੇ ਸੀ, ਇਸ ਲਈ ਉਹਨੂੰ ਲੱਗਾ ਕਿ 25 ਰੁਪਏ ਜੁਰਮਾਨਾ ਹੋ ਗਿਆ। ਪੱਕਾ ਕਰਨ ਲਈ ਉਸ ਜੱਜ ਨੂੰ ਪੁੱਛਿਆ, ਯੋਰ ਔਨਰ, 25 ਰੁਪਏ ਜੁਰਮਾਨਾ? ਕਿਉਂਕਿ ਉਹਦਾ ਮਤਲਬ ਸੀ 25 ਰੁਪਏ ਦੇ ਮਾਮੂਲੀ ਜੁਰਮਾਨੇ ਲਈ ਅਪੀਲ ਨਹੀਂ ਕਰ ਸਕਦੇ, ਇਸ ਲਈ ਇਹ ਰਕਮ ਉਹਨੂੰ ਭਰਨੀ ਪਏਗੀ। ਜੱਜ ਨੇ 500 ਰੁਪਏ ਜੁਰਮਾਨਾ ਕੀਤਾ ਸੀ, ਪਰ ਇਹ ਸੁਣ ਕੇ ਉਹਨੇ 500 ਰੁਪਏ ਕੱਟ ਕੇ 25 ਰੁਪਏ ਕਰ ਦਿੱਤਾ। ਜੱਜ ਇਹਦਾ ਆਪਣਾ ਇਰਾਦਾ ਬਦਲੇ ਉਹ ਤੋਂ ਪਹਿਲਾਂ ਮੰਟੋ ਦੇ ਮਿੱਤਰ ਨਸੀਰ ਅਨਵਰ ਨੇ ਤੁਰੰਤ ਜੁਰਮਾਨਾ ਭਰਦੇ ਮੰਟੋ ਦੇ ਕੰਨ 'ਚ ਕਿਹਾ, ਸਸਤੇ 'ਚ ਨਿਪਟ ਗਏ। ਅਪੀਲ ਦੀ ਸਿਰ ਖਪਾਈ ਦਾ ਕੋਈ ਮਤਲਬ ਨਹੀਂ ਸੀ। ਉਹ ਜੱਜ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ। ਉਹ ਤੋਂ ਪਹਿਲਾਂ ਹੀ ਜੱਜ ਨੇ ਉਹਨੂੰ ਪੁੱਛਿਆ, ਤੁਸੀਂ ਕਦੋਂ ਜਾਣਾ ਹੈ? ਸ਼ਾਇਦ ਅੱਜ ਹੀ ਜਾਵਾਂਗਾ, ਮੰਟੋ ਨੇ ਕਿਹਾ। ਨਹੀਂ, ਅੱਜ ਨਾ ਜਾਣਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਠੀਕ ਹੈ, ਮੈਂ ਰੁਕ ਜਾਵਾਂਗਾ। ਕੱਲ੍ਹ 4 ਵਜੇ ਮੈਂ ਤੁਹਾਨੂੰ ਕਿੱਥੇ ਮਿਲਾਂ? ਜੱਜ ਨੇ ਪੁੱਛਿਆ। ਜਿਸ ਜਗ੍ਹਾ ਉਹ ਬੀਅਰ ਪੀਣ ਜਾਇਆ ਕਰਦਾ ਸੀ, ਉੱਥੋਂ ਦਾ ਪਤਾ ਮੰਟੋ ਨੇ ਦੇ ਦਿੱਤਾ। ਪਰ ਉਹ ਜਿਹੀ ਕਿਸੇ ਜਗ੍ਹਾ ਨਹੀਂ ਜਾ ਸਕਦੇ ਸਨ। ਪਵਿੱਤਰ ਇਨਸਾਨ ਸਨ, ਇਸ ਲਈ ਕੌਫੀ ਹਾਊਸ 'ਚ ਮੁਲਾਕਾਤ ਤੈਅ ਹੋਈ। ਜੱਜ ਠੀਕ 4 ਵਜੇ ਹਾਜ਼ਰ ਹੋ ਗਏ। ਮੰਟੋ 15 ਮਿੰਟ ਦੇਰ ਨਾਲ ਪਹੁੰਚਿਆ। ਕੁਛ ਦੇਰ ਗੱਲਾਂ ਚੱਲਦੀਆਂ ਰਹੀਆਂ। ਫਿਰ ਮੰਟੋ ਨੂੰ ਜੱਜ ਸਾਹਿਬ ਨੇ ਪਿਆਰ ਨਾਲ ਕਿਹਾ, ਮੰਟੋ ਸਾਹਿਬ, ਮੈਂ ਤੁਹਾਨੂੰ ਇਸ ਯੁੱਗ ਦਾ ਸਭ ਤੋਂ ਵੱਡਾ ਕਹਾਣੀਕਾਰ ਮੰਨਦਾ ਹਾਂ। ਤੁਸੀਂ ਅਜਿਹਾ ਨਾ ਸਮਝਣਾ ਕਿ ਮੈਂ ਤੁਹਾਡਾ ਪਾਠਕ ਨਹੀਂ ਹਾਂ। ਇਹ ਸੁਣ ਕੇ ਮੰਟੋ ਹੈਰਾਨ ਰਹਿ ਗਿਆ। ਆਪਣੇ ਆਪ ਨੂੰ ਸੰਭਾਲਦੇ ਹੋਏ ਮੰਟੋ ਨੇ ਸਹਿਜਤਾ ਨਾਲ ਪੁੱਛਿਆ, ਤੁਸੀਂ ਕਹਿ ਰਹੇ ਹੋ ਤੁਸੀਂ ਮੇਰੇ ਪ੍ਰਸ਼ੰਸਕ ਹੋ, ਤਾਂ ਫਿਰ ਮੈਨੂੰ ਜੁਰਮਾਨਾ ਕਿਉਂ ਕੀਤਾ? ਉਹਨਾਂ ਨੇ ਮੁਸਕਰਾਉਂਦੇ ਕਿਹਾ, ਇਹਦਾ ਜਵਾਬ ਮੈਂ ਤੁਹਾਨੂੰ 1 ਸਾਲ ਬਾਅਦ ਦੇਵਾਂਗਾ। ਪਰ ਜੱਜ ਮਹਿੰਦੀ ਅਲੀ ਸਦੀਕੀ ਤੇ ਮੰਟੋ ਨੂੰ ਇਹ ਪਤਾ ਨਹੀਂ ਸੀ ਕਿ ਮੁੱਦਤ ਬਹੁਤ ਲੰਬੀ ਸੀ ਤੇ ਮੰਟੋ ਨੂੰ ਬਹੁਤ ਜਲਦੀ ਸੀ। ਆਪਣੀ ਮੌਤ ਤੋਂ 1 ਦਿਨ ਪਹਿਲਾਂ 17 ਜਨਵਰੀ 1955 ਦੇ ਦਿਨ ਇਸ ਜੱਜ ਨੂੰ ਮੰਟੋ ਨੇ ਆਖਰੀ ਖੱਤ ਲਿਖਿਆ। ਉਹਦੀ ਮੌਤ ਤੋਂ ਬਾਅਦ ਸਦੀਕੀ ਸਾਹਿਬ ਨੇ ਮੰਟੋ ਮੇਰੀ ਅਦਾਲਤ ਵਿੱਚ ਨਾਮ ਦਾ ਇੱਕ ਲੇਖ ਤਿਆਰ ਕੀਤਾ ਸੀ। ਇਸ ਲੇਖ ਦਾ ਇੱਕ ਅੰਸ਼, ਮੰਟੋ ਤੁਹਾਡੀ ਆਰਥਿਕ ਸਥਿਤੀ ਕਿਵੇਂ ਹੈ? ਬਹੁਤ ਖਰਾਬ ਹੈ, ਮੰਟੋ ਬੋਲਿਆ। ਅੱਜ ਕਿੰਨੀ ਤਰੀਕ ਹੈ? ਮੈਂ ਪੁੱਛਿਆ। 25। ਮੰਟੋ ਸਾਹਿਬ, ਤੁਹਾਨੂੰ 25 ਰੁਪਏ ਜੁਰਮਾਨਾ ਕਰਦਾ। ਮੈਂ ਜੋ ਕਿਹਾ ਉਹ ਪਹਿਲਾਂ ਤਾਂ ਮੰਟੋ ਸਮਝ ਨਹੀਂ ਪਾਇਆ। ਇੱਕ ਦੋਸਤ ਤੋਂ ਉਹਨਾਂ ਨੇ ਪੁੱਛਿਆ, ਉਹ ਤਾਰੀਖ ਪੁੱਛ ਰਹੇ ਹਨ ਜਾਂ ਫੈਸਲਾ ਸੁਣਾ ਰਹੇ ਹਨ? ਮੇਰੇ ਅਨੁਸਾਰ ਪ੍ਰੇਮ ਚੰਦ ਤੋਂ ਬਾਅਦ ਮੰਟੋ ਉਰਦੂ ਦਾ ਮਹਾਨ ਕਹਾਣੀਕਾਰ ਹੈ। ਮੰਟੋ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਉਹਨੇ ਅਸ਼ਲੀਲ ਕਹਾਣੀਆਂ ਲਿਖੀਆਂ ਹਨ। ਸੱਚੀਆਂ ਘਟਨਾਵਾਂ ਉੱਤੇ ਆਧਾਰਿਤ ਉਹਦੀਆਂ ਕਹਾਣੀਆਂ ਸਨ। ਲੋਕਾਂ ਨੂੰ ਅਸ਼ਲੀਲ ਲੱਗਣ ਤਾਂ ਉਹ ਕੀ ਕਰੇ? ਉਹ ਘਟਨਾ ਹੀ ਅਸ਼ਲੀਲ ਹੈ। ਉਹਦੇ ਅਨੁਸਾਰ ਪੂਰਾ ਸਮਾਜ ਹੀ ਵਲਗਰ ਹੈ। ਉਹ ਤਾਂ ਸਿਰਫ ਫੋਟੋਗ੍ਰਾਫਰ ਹੈ। ਉਹਨੇ ਇੱਕ ਵੀ ਅਸ਼ਲੀਲ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ। ਵੈਸੇ ਵੀ ਸਿਰਫ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ ਹੀ ਕਸੌਟੀ ਨਹੀਂ ਹੈ। ਅਜਿਹਾ ਮੈਂ ਕਿਹਾ ਤਾਂ ਉਹਨੇ ਸਾਹਮਣੇ ਤੋਂ ਸਵਾਲ ਕੀਤਾ, ਤਾਂ ਕਸੌਟੀ ਕੀ ਹੈ? ਹਕੀਕਤ ਛੁਪਾ ਕੇ ਵਾਸਤਵਿਕ ਦਰਸ਼ਨ ਕਰਾਉਣ ਦੇ ਬਦਲੇ ਤੁਸੀਂ ਮੈਨੂੰ ਸਜ਼ਾ ਦੇ ਰਹੇ ਹੋ। ਮੈਂ ਤੁਹਾਨੂੰ ਕਿਉਂ ਸਜ਼ਾ ਦੇ ਰਿਹਾ, ਇਹ ਬਾਅਦ 'ਚ ਦੱਸਾਂਗਾ, ਮੈਂ ਕਿਹਾ। ਪਰ ਮੰਟੋ ਨੂੰ ਦਿੱਤੇ ਵਚਨ ਨੂੰ ਮੈਂ ਪੂਰਾ ਨਹੀਂ ਕਰ ਸਕਿਆ। ਮੇਰੇ ਨਾਲ ਉਹਨਾਂ ਦੀ ਆਖਰੀ ਮੁਲਾਕਾਤ ਸੀ। ਮੰਟੋ ਇੱਕ ਵਿਸਫੋਟਕ ਪਦਾਰਥ ਦਾ ਵਿਕਲਪ ਬਣ ਚੁੱਕਾ ਸੀ। ਠੰਡਾ ਗੋਸ਼ਤ ਤੋਂ ਬਾਅਦ ਤਾਂ ਪ੍ਰਕਾਸ਼ਕ ਵੀ ਆਪਣੀ ਸਲਾਮਤੀ ਬਾਰੇ ਪਹਿਲਾਂ ਸੋਚਣ ਲੱਗਦੇ ਸਨ। ਉਹਨਾਂ ਦੀ ਕਹਾਣੀ ਉੱਪਰ ਨੀਚੇ ਤੇ ਦਰਮਿਆਨ ਛਾਪਣ ਲਈ ਕੋਈ ਤਿਆਰ ਨਹੀਂ ਸੀ, ਇਸ ਲਈ ਉਹਨੇ ਖੁਦ ਹੀ ਕਹਾਣੀ ਛਾਪੀ ਸੀ। ਦਸਤਗੀਰ ਮੈਗਜ਼ੀਨ ਦੇ ਸੰਪਾਦਕ ਪੰਡਤ ਤ੍ਰਿਲੋਕ ਨਾਥ ਆਜ਼ਮ ਦਫ਼ਤਰ ਬੈਠੇ ਡਾਕ 'ਚ ਆਈਆਂ ਚਿੱਠੀਆਂ ਫਰੋਲ ਰਹੇ ਸਨ। ਇਹਨਾਂ ਚਿੱਠੀਆਂ 'ਚ ਮੰਟੋ ਦੀ ਕਹਾਣੀ ਵੀ ਸੀ। ਮੰਟੋ ਨੇ ਪਹਿਲੀ ਵਾਰ ਦਸਤਗੀਰ ਨੂੰ ਛਾਪਣ ਲਈ ਭੇਜੀ ਸੀ। ਡਾਕ ਵਿੱਚ ਜਿਵੇਂ ਟਾਈਮ ਬੰਬ ਆਇਆ ਹੋਵੇ, ਅਜਿਹੇ ਡਰ ਨਾਲ ਉਹਨਾਂ ਮੰਟੋ ਦੀ ਕਹਾਣੀ ਵੱਲ ਦੇਖਿਆ। ਵੈਸੇ ਤਾਂ ਸੰਪਾਦਕ ਦਾ ਇਹ ਫਰਜ਼ ਹੈ ਕਿ ਉਹ ਪੱਖਪਾਤ ਤੋਂ ਮੁਕਤ ਹੋਣਾ ਚਾਹੀਦਾ ਹੈ, ਪਰ ਮੰਟੋ ਇਸ ਵਿੱਚ ਬਦਨਾਮ ਸੀ। ਉਹਦੀਆਂ ਕਹਾਣੀਆਂ ਲਈ ਸੰਪਾਦਕ ਬੇਹੱਦ ਪੱਖਪਾਤੀ ਸੀ। ਉਹਦੀਆਂ ਕਹਾਣੀਆਂ ਨੂੰ ਉਹ ਮੈਗਜ਼ੀਨ ਦੇ ਯੋਗ ਨਹੀਂ ਸਮਝਦੇ ਸਨ। ਕਹਾਣੀ ਚਾਹੇ ਕਿੰਨੀ ਸੁੰਦਰ ਕਲਾਤਮਕ ਹੋਵੇ, ਪਰ ਮੰਟੋ ਦੀ ਬੇਬਾਕ ਸ਼ੈਲੀ ਸੰਪਾਦਕਾਂ ਨੂੰ ਪਸੰਦ ਨਹੀਂ ਆਉਂਦੀ ਸੀ। ਇਹ ਕਹਾਣੀ ਨਾ ਛਾਪਣ ਦੇ ਇਰਾਦੇ ਨਾਲ ਸੰਪਾਦਕ ਨੇ ਕਹਾਣੀ ਨੂੰ ਇੱਕ ਕੋਨੇ 'ਚ ਸੁੱਟ ਦਿੱਤਾ ਸੀ। ਉਸੇ ਵੇਲੇ ਮੰਟੋ ਉਹਨਾਂ ਦੇ ਦਫ਼ਤਰ 'ਚ ਦਾਖਲ ਹੋਏ। ਮੰਟੋ ਨੂੰ ਆਇਆ ਦੇਖ ਕੇ ਸੰਪਾਦਕ ਨੂੰ ਖੁਸ਼ੀ ਤੇ ਹੈਰਾਨੀ ਨਾਲ ਧੱਕਾ ਲੱਗਾ। ਬਹੁਤ ਭਾਵਨਾਤਮਕ ਤਰੀਕੇ ਨਾਲ ਮੰਟੋ ਦਾ ਸਵਾਗਤ ਕੀਤਾ।
ਮੰਟੋ ਖੁਸ਼ ਮਿਜ਼ਾਜ ਇਨਸਾਨ ਸੀ। ਚਾਹ ਦੌਰਾਨ ਦੋਵਾਂ 'ਚ ਖੁੱਲ੍ਹੇ ਮਨ ਨਾਲ ਚਰਚਾ ਹੋਈ। ਸੰਪਾਦਕ ਨੇ ਕਿਹਾ, ਮੈਂ ਤੁਹਾਡੀ ਕਹਾਣੀ ਉੱਤੇ ਹੀ ਵਿਚਾਰ ਕਰ ਰਿਹਾ ਸਾਂ। ਖਰਾਬ ਮੂਡ 'ਚ ਹੁੰਦਾ ਤਾਂ ਸ਼ਾਇਦ ਮੰਟੋ ਪੁੱਛ ਲੈਂਦਾ ਕਿ ਉਸ 'ਚ ਸੋਚਣ ਲਾਇਕ ਕੀ ਹੈ, ਪਰ ਇਹਦੀ ਥਾਂ ਉਹਨੇ ਪੁੱਛਿਆ, ਕੀ ਸੋਚਿਆ ਫਿਰ? ਸੰਪਾਦਕ ਨੇ ਜ਼ਰਾ ਸੰਕੋਚ ਨਾਲ ਦੱਸਿਆ ਕਿ ਇਹ ਕਹਾਣੀ ਮੈਂ ਨਹੀਂ ਛਾਪ ਸਕਾਂਗਾ। ਮੰਟੋ ਨੇ ਭਾਵਹੀਨ ਚਿਹਰੇ ਨਾਲ ਕਹਾਣੀ ਵਾਪਸ ਕਰਨ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਆਪਣੇ ਮੈਗਜ਼ੀਨ ਦੇ ਸਾਹਿਤਕ ਸਤਰ ਦੇ ਬਾਰੇ 'ਚ ਮਾਣ ਨਾਲ ਦੱਸਦੇ ਸੰਪਾਦਕ ਨੇ ਕਿਹਾ, ਇਹ ਕਹਾਣੀ ਇਸ ਸਾਹਿਤਕ ਸਤਰ ਤੱਕ ਨਹੀਂ ਪਹੁੰਚ ਸਕਦੀ। ਮੰਟੋ ਨੇ ਸਵਾਲ ਕੀਤਾ, ਚੰਗਾ ਤਾਂ ਇਹ ਦੱਸੋ, ਇਸ 'ਚ ਅਜਿਹਾ ਕੀ ਹੈ ਜੋ ਸਾਹਿਤਕ ਨਹੀਂ ਹੈ? ਤੁਹਾਡੀਆਂ ਕਹਾਣੀਆਂ ਨੂੰ ਮੈਂ ਸਮਾਜ ਤੇ ਸਾਹਿਤ ਲਈ ਯੋਗ ਨਹੀਂ ਸਮਝਦਾ, ਸੰਪਾਦਕ ਨੇ ਸਪਸ਼ਟ ਕੀਤਾ। ਤੁਹਾਡੀਆਂ ਕਹਾਣੀਆਂ 'ਚ ਦਰਸਾਈ ਨਗਨਤਾ ਮੈਂ ਸਹਿਣ ਨਹੀਂ ਕਰ ਸਕਦਾ। ਪ੍ਰੇਮ ਚੰਦ, ਸੁਦਰਸ਼ਨ, ਕ੍ਰਿਸ਼ਨ ਚੰਦਰ ਤੇ ਅਸ਼ੋਕ ਵਾਂਗ ਇੱਕ ਵੱਡਾ ਪਾਠਕ ਵਰਗਾ ਤੁਹਾਡੀਆਂ ਕਹਾਣੀਆਂ ਨੂੰ ਵੀ ਪੜ੍ਹਦਾ, ਪਰ ਇਹਨਾਂ ਸਭ ਦੀਆਂ ਕਹਾਣੀਆਂ 'ਚ ਜੋ ਸਮਾਜਿਕ ਦਰਦ ਹੁੰਦਾ ਹੈ ਉਹ ਤੁਹਾਡੀਆਂ ਕਹਾਣੀਆਂ 'ਚ ਨਹੀਂ ਹੈ। ਤੁਹਾਡੀਆਂ ਕਹਾਣੀਆਂ 'ਚ ਜੋ ਜਨੂੰਨ ਹੈ ਉਹਨੂੰ ਅਰਥਪੂਰਨ ਬਣਾਓ ਤਾਂ ਤੁਸੀਂ ਉੱਚ ਕੋਟੀ ਦੇ ਕਹਾਣੀਕਾਰ ਰਖਵਾਓਗੇ। ਸੰਪਾਦਕ ਨੂੰ ਲੱਗਾ ਉਹਦੀ ਇਸ ਟਿੱਪਣੀ ਨਾਲ ਮੰਟੋ ਗੁੱਸੇ ਹੋ ਜਾਏਗਾ, ਪਰ ਮੰਟੋ ਨੇ ਬਿਲਕੁਲ ਸ਼ਾਂਤ ਰਹਿੰਦੇ ਕਿਹਾ, ਆਜਮ ਸਾਹਿਬ, ਤੁਸੀਂ ਮੈਨੂੰ ਚੰਗੀ ਸਲਾਹ ਦਿੱਤੀ, ਇਸ ਬਦਲੇ ਮੈਂ ਤੁਹਾਡਾ ਅਹਿਸਾਨ ਮੰਨਦਾ, ਪਰ ਜੋ ਕਹਿ ਰਹੇ ਹੋ ਉਹ ਮੇਰੇ ਲਈ ਤਦ ਹੀ ਸੰਭਵ ਹੋ ਸਕਦਾ ਜੇ ਮੈਂ ਸਮਾਜ ਦੀਆਂ ਬੁਰਾਈਆਂ ਦੀ ਥਾਂ ਖੂਬੀਆਂ ਨੂੰ ਦੇਖਣਾ ਸ਼ੁਰੂ ਕਰਾਂ। ਤੁਸੀਂ ਇੱਕ ਚਿਕਿਤਸਕ, ਸੰਪਾਦਕ, ਸਾਹਿਤਕਾਰ ਹੋ, ਇਸ ਲਈ ਤੁਸੀਂ ਸਮਾਜ ਤੇ ਦੇਸ਼ ਦੀ ਨਬਜ਼ ਦੇਖਦੇ ਹੋ, ਇੱਕ ਮਾਰਗਦਰਸ਼ਕ ਦੀ ਤਰ੍ਹਾਂ ਦਵਾਈ ਦਿੰਦੇ ਹੋ, ਪਰ ਮੈਂ ਮਾਰਗਦਰਸ਼ਕ ਨਹੀਂ ਹਾਂ, ਇੱਕ ਛੋਟਾ ਜਿਹਾ ਲੇਖਕ ਹਾਂ। ਇੱਕ ਚਿੱਤਰਕਾਰ ਦੀ ਹੈਸੀਅਤ ਨਾਲ ਦੇਸ਼ ਤੇ ਸਮਾਜ ਦੀ ਤਸਵੀਰ ਆਪਣੀ ਨਜ਼ਰ ਨਾਲ ਬਣਾਉਂਦਾ ਹਾਂ। ਜੋ ਦਿਖਦਾ ਹੈ ਉਹੀ ਦ੍ਰਿਸ਼ ਬਣਾਉਣਾ ਚਿੱਤਰਕਾਰ ਦਾ ਕੰਮ ਹੁੰਦਾ ਹੈ। ਕੋਈ ਚਿੱਤਰਕਾਰ ਤੁਹਾਡਾ ਅਜਿਹਾ ਚਿੱਤਰ ਬਣਾਵੇ ਜਿਹਨੂੰ ਦੇਖ ਕੇ ਕੋਈ ਤੁਹਾਨੂੰ ਪਹਿਚਾਣ ਨਾ ਸਕੇ ਤਾਂ ਤੁਹਾਨੂੰ ਪਸੰਦ ਆਏਗਾ। ਉਸੇ ਤਰ੍ਹਾਂ ਮੇਰੀ ਬਣਾਈ ਹੋਈ ਤਸਵੀਰ ਵੀ ਬਨਾਵਟੀ ਨਹੀਂ ਹੁੰਦੀ। ਮੈਂ ਸਿਰਫ ਕਲਪਨਾ ਨਹੀਂ ਕਰਦਾ, ਸਮਾਜ 'ਚ ਬਣਦੀਆਂ ਵਿਗੜਦੀਆਂ ਘਟਨਾਵਾਂ ਦੀ ਤਸਵੀਰ ਕਾਗਜ਼ ਉੱਤੇ ਉਤਾਰਦਾ ਜਿਸ ਤੋਂ ਤੁਸੀਂ ਬਚਣਾ ਚਾਹੁੰਦੇ ਹੋ। ਉਹਦੇ ਇਸ ਤਰਕ ਨਾਲ ਆਜ਼ਮ ਪ੍ਰਭਾਵਿਤ ਤਾਂ ਹੋਏ। ਫਿਰ ਵੀ ਉਹਨਾਂ ਸਵਾਲ ਕੀਤਾ, ਪਰ ਤੁਹਾਡੀਆਂ ਕਹਾਣੀਆਂ 'ਚ ਜੋ ਨਗਨਤਾ ਹੈ ਉਹ? ਮੈਂ ਛੁਪਾ ਕੇ ਰੱਖਣ ਵਾਲੇ ਸੈਕਸ ਜਿਹੇ ਵਿਸ਼ਿਆਂ ਉੱਤੇ ਖੁੱਲ੍ਹ ਕੇ ਚਰਚਾ ਕਰਦਾ, ਪਰ ਆਪਣੇ ਆਪ ਨੂੰ ਉਸ 'ਚ ਡੁਬੋਂਦਾ ਨਹੀਂ। ਸਮਾਜ 'ਚ ਚਾਰੇ ਪਾਸੇ ਹਵਸ ਦੇ ਪੁਜਾਰੀ ਦਿਖਦੇ ਹਨ। ਪਿਆਰ ਦੇ ਨਾਮ 'ਤੇ ਵਾਸਨਾ ਹੀ ਦੇਖਣ ਨੂੰ ਮਿਲੇ, ਫਿਰ ਮੈਂ ਉਹਨੂੰ ਕਿਉਂ ਛੁਪਾਵਾਂ? ਮੇਰੀਆਂ ਕਹਾਣੀਆਂ 'ਚ ਜਿੱਥੇ ਤੁਹਾਨੂੰ ਨਗਨਤਾ ਦਿਖਦੀ ਹੈ, ਮੈਨੂੰ ਉੱਥੇ ਮਾਨਵਤਾ ਦਮ ਤੋੜਦੀ ਨਜ਼ਰ ਆਏਗੀ। ਉੱਥੇ ਮੇਰੀ ਕਲਮ ਪੂਰਨ ਸ਼ਕਤੀ ਨਾਲ ਚੱਲੇਗੀ। ਫਿਰ ਤੁਸੀਂ ਉਹਨੂੰ ਛਾਪੋ ਚਾਹੇ ਨਾ। ਬੋਲ ਕੇ ਮੰਟੋ ਕਾਹਲੀ 'ਚ ਉੱਥੋਂ ਨਿਕਲ ਗਿਆ। ਧੰਨਵਾਦ।